ਸਾਡੇ ਬੱਚੇ ਵੱਡੇ ਹੋ ਕੇ ਵਧੀਆ ਸੈਟਲ ਹੋਣ, ਇਹ ਸੁਪਨਾ ਤਾਂ ਹਰ ਕੋਈ ਵੇਖਦਾ ਹੈ ਤੇ ਇੱਕ ਵਧੀਆ ਸੈਟਲਮੈਂਟ ਲਈ ਲੋੜ ਹੈ ਵਧੀਆ ਪੜ੍ਹਾਈ ਦੀ, ਔਰ ਵਧੀਆ ਪੜ੍ਹਾਈ ਲਈ ਲੋੜ ਹੈ ਕਿਸੇ ਅੱਛੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲਣਾ। ਹੁਣ ਜੇਕਰ ਸੈਕੰਡਰੀ ਐਜੂਕੇਸ਼ਨ ਤੱਕ ਦੀ ਗੱਲ ਕਰੀਏ ਤਾਂ ਗਵਰਨਮੈਂਟ ਸਕੂਲਸ ਦੇ ਵਿੱਚ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ, ਪਰ ਕਾਲਜ ਜਾਂ ਯੂਨੀਵਰਸਿਟੀ ਦੀ ਪੜ੍ਹਾਈ ਫ੍ਰੀ ਨਹੀਂ ਹੈ। ਹੁਣ ਜੇਕਰ ਓਨਟਾਰੀਓ ਦੇ ਵਿੱਚ ਸਾਲ 2021 ਦੇ ਵਿੱਚ ਟੌਪ 7 ਅੰਡਰ ਗ੍ਰੈਜੂਏਟ ਪ੍ਰੋਗਰਾਮਸ ਦੇ ਕਾਸਟ ਦੀ ਗੱਲ ਕਰੀਏ ਤਾਂ ਡੈਂਟਿਸਟਰੀ ਦੀ ਹੀ ਗੱਲ ਕਰੀਏ ਤਾਂ $36,425 ਐਵਰੇਜ ਟਿਊਸ਼ਨ ਫੀਸ ਹੈ ਡੈਂਟਿਸਟਰੀ ਦੀ, ਔਰ ਅਗਰ ਇਹ ਫੀ ਹਰ ਸਾਲ 1% ਦੇ ਹਿਸਾਬ ਨਾਲ ਵੱਧਦੀ ਹੈ ਤੇ ਅੱਜ ਜਨਮਿਆ ਬੱਚਾ ਜਦੋਂ ਡੈਂਟਿਸਟਰੀ ਦੇ ਕੋਰਸ ਲਈ ਐਲੀਜੀਬਲ ਹੋਵੇਗਾ ਤਦ ਤੱਕ ਇਹ ਐਵਰੇਜ ਟਿਊਸ਼ਨ ਫੀ $44,445 ਹੋ ਜਾਵੇਗੀ ਡੈਂਟਿਸਟਰੀ ਦਾ ਕੋਰਸ ਕਰਨ ਲਈ। ਹੁਣ ਜੇਕਰ ਤੁਹਾਡੇ ਬੱਚੇ ਨੇ ਉਸ ਉਮਰ ਵਿੱਚ ਜਾ ਕੇ ਸਪੈਸ਼ਲਾਈਜੇਸ਼ਨ ਕਰਨ ਦਾ ਮਨ ਬਣਾ ਲਿਆ ਤੇ ਫਿਰ ਉਸ ਨੂੰ ਸਪੋਰਟ ਕਰਨ ਲਈ ਜਾਂ ਉਸ ਦੀ ਫੀਸ ਭਰਨ ਲਈ ਤੁਹਾਡੇ ਕੋਲ ਕੀ ਆਪਸ਼ਨਸ ਨੇ। ਹੁਣ ਜੇਕਰ ਸਮਾਂ ਰਹਿੰਦਿਆਂ ਤੁਸੀਂ ਸੇਵਿੰਗਸ ਕੀਤੀਆਂ ਹੋਣਗੀਆਂ ਤਾਂ ਉਹ ਸੇਵਿੰਗਸ ਕੰਮ ਆ ਜਾਣਗੀਆਂ, ਨਹੀਂ ਤਾਂ ਫਿਰ ਹੋ ਸਕਦਾ ਹੈ ਕਿ ਤੁਹਾਨੂੰ ਲੋਨ ਲੈਣੇ ਪੈਣ ਜਾਂ ਤੁਹਾਡੇ ਬੱਚੇ ਨੂੰ ਲੋਨ ਲੈਣੇ ਪੈਣ ਜਾਂ ਫਿਰ ਰਿਸ਼ਤੇਦਾਰਾਂ ਤੋਂ ਪੈਸੇ ਪਕੜਨੇ ਪੈਣ ਜਾਂ ਫਿਰ ਹੋ ਸਕਦਾ ਕੁਝ ਵੇਚਣਾ ਵੀ ਪੈ ਸਕਦਾ ਹੈ। ਹੁਣ ਸਾਡੇ ਵਿੱਚੋਂ ਕੁਝ ਲੋਕ OSAP ਦੇ ਉੱਤੇ ਵੀ ਆਸ ਲਗਾਈ ਬੈਠੇ ਹੁੰਦੇ ਨੇ, OSAP ਯਾਨੀ ਕਿ ਓਨਟਾਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ। ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰਦਾ ਕਿ OSAP ਗਵਰਨਮੈਂਟ ਦੀ ਪਾਲਿਸੀਜ਼ ਦੇ ਉੱਤੇ ਡਿਪੈਂਡ ਕਰਦਾ ਹੈ। ਜਦੋਂ ਤੁਹਾਡਾ ਬੱਚਾ OSAP ਲਈ ਐਲੀਜੀਬਲ ਹੋਵੇਗਾ ਉਸ ਵੇਲੇ ਗਵਰਨਮੈਂਟ ਪਾਲਿਸੀਜ਼ OSAP ਨੂੰ ਲੈ ਕੇ ਕੀ ਹੋਣਗੀਆਂ, OSAP ਮਿਲੇਗਾ ਜਾਂ ਨਹੀਂ ਵੀ ਮਿਲੇਗਾ, ਇਸ ਬਾਰੇ ਕਹਿਣਾ ਮੁਸ਼ਕਿਲ ਹੈ ਅੱਜ ਦੀ ਤਾਰੀਖ ਦੇ ਵਿੱਚ। ਤਾਂ ਫਿਰ ਕੀ ਇਹ ਸਹੀ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਅੱਜ ਤੋਂ ਹੀ ਸੇਵ ਕਰਨਾ ਸ਼ੁਰੂ ਕਰ ਦਿਓ ਜਦੋਂ ਕਿ ਤੁਹਾਡੇ ਬੱਚੇ ਛੋਟੇ ਨੇ? ਇਸ ਨਾਲ ਇੱਕ ਤਾਂ ਤੁਹਾਡੇ ਉੱਤੇ ਜ਼ਿਆਦਾ ਭਾਰ ਨਹੀਂ ਪਵੇਗਾ, ਦੂਸਰਾ ਤੁਹਾਡੀ ਸੇਵਿੰਗਸ ਨੂੰ ਵਧੀਆ ਇਨਵੈਸਟ ਕਰਨ ਦਾ ਮੌਕਾ ਤੁਹਾਨੂੰ ਮਿਲ ਜਾਵੇਗਾ ਤੇ ਫਿਰ ਤੁਹਾਡੇ ਬੱਚਿਆਂ ਨੂੰ ਹੋ ਸਕਦਾ ਲੋਨ ਲੈਣ ਦੀ ਜ਼ਰੂਰਤ ਨਾ ਪਵੇ। ਵੈਸੇ ਤਾਂ ਆਪਣੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਨੂੰ ਸੇਵ ਕਰਨ ਦੇ ਬਹੁਤ ਸਾਰੇ ਤਰੀਕੇ ਨੇ, ਪਰ ਜਿਸ ਫੰਡੇ ਦੀ ਅਸੀਂ ਅੱਜ ਕੱਲ੍ਹ ਕਰਾਂਗੇ, ਜਿਸ ਬਾਰੇ ਡਿਸਕਸ ਕਰਾਂਗੇ ਉਹ ਹੈ RESP ਯਾਨੀ ਕਿ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਜਿਹਦੇ ਵਿੱਚ ਗਵਰਨਮੈਂਟ ਤੁਹਾਨੂੰ ਸਪੋਰਟ ਕਰਦੀ ਹੈ ਫ੍ਰੀ ਮਨੀ ਦੇ ਨਾਲ। ਫ੍ਰੀ ਮਨੀ, ਜੀ ਹਾਂ, ਫ੍ਰੀ ਮਨੀ ਵਾਲਾ ਪ੍ਰੋਗਰਾਮ ਹੈ RESP, ਲੇਕਿਨ ਇਸ ਫ੍ਰੀ ਮਨੀ ਨੂੰ ਲੈਣ ਲਈ ਤੁਹਾਨੂੰ ਵੀ ਕੰਟਰੀਬਿਊਸ਼ਨ ਕਰਨੀ ਪੈਂਦੀ ਹੈ। ਹੁਣ ਇਹ RESP ਕਿਵੇਂ ਕੰਮ ਕਰਦੀ ਹੈ ਜਾਂ RESP ਪ੍ਰੋਗਰਾਮ ਕੀ ਹੁੰਦਾ ਹੈ, ਅੱਜ ਸਿੰਘ ਦੇ ਫੰਡੇ ਦੇ ਅਸੀਂ ਡਿਸਕਸ ਕਰਾਂਗੇ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨਸ ਦੇ ਬਾਰੇ। ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕੋ, ਇਸ ਲਈ ਕੈਨੇਡੀਅਨ ਗਵਰਨਮੈਂਟ ਨੇ ਇਹ RESP ਪ੍ਰੋਗਰਾਮ ਲੈ ਕੇ ਆਂਦਾ ਤਾਂ ਕਿ ਤੁਸੀਂ ਆਪਣੇ ਬੱਚਿਆਂ ਲਈ ਸੇਵ ਕਰ ਸਕੋ। ਹੁਣ ਸੈਕੰਡਰੀ ਸਕੂਲ ਤੱਕ ਦੀ ਐਜੂਕੇਸ਼ਨ ਫ੍ਰੀ ਹੈ, ਲੇਕਿਨ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਫੀ ਤਾਂ ਦੇਣੀ ਹੀ ਪੈਂਦੀ ਹੈ। ਜੇਕਰ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਇਹ ਫੀ ਬਹੁਤ ਘੱਟ ਹੈ, ਪਰ ਕਿਸੇ ਅੱਛੇ ਕੋਰਸ ਦੇ ਵਿੱਚ ਅਗਰ ਐਡਮਿਸ਼ਨ ਲੈਣੀ ਹੋਵੇ ਤਾਂ ਇਹ ਫੀ ਕਾਫੀ ਜ਼ਿਆਦਾ ਹੈ। ਹੁਣ ਜੇਕਰ ਸਮਾਂ ਰਹਿੰਦਿਆਂ ਹੋਇਆਂ ਅਸੀਂ ਸੇਵਿੰਗ ਕੀਤੀ ਹੋਈ ਹੈ ਤਾਂ ਫਿਰ ਅਸੀਂ ਉਸ ਸੇਵਿੰਗਸ ਨੂੰ ਯੂਜ਼ ਕਰ ਸਕਦੇ ਹਾਂ ਇਸ ਐਜੂਕੇਸ਼ਨ ਦੀ ਕਾਸਟ ਨੂੰ ਫੰਡ ਕਰਨ ਦੇ ਵਿੱਚ, ਨਹੀਂ ਤਾਂ ਫਿਰ ਆਪਸ਼ਨਸ ਕੀ ਰਹਿ ਗਈਆਂ। ਹੋ ਸਕਦਾ ਹੈ ਕਿ ਪੈਸੇ ਦੀ ਕਮੀ ਦੇ ਕਰਕੇ ਜਾਂ ਤਾਂ ਤੁਹਾਡਾ ਬੱਚਾ ਪੜ੍ਹਾਈ ਤੋਂ ਵਾਂਝਾ ਰਹਿ ਜਾਵੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਉਹ ਕੋਰਸਿਸ ਚੂਜ਼ ਕਰਨ ਪੈਣ ਜਿਹੜੇ ਕਿ ਉਹ ਨਹੀਂ ਵੀ ਕਰਨਾ ਚਾਹੁੰਦਾ ਕਿਉਂਕਿ ਅਸੀਂ ਸਮੇਂ ਸਿਰ ਪੈਸਾ ਨਹੀਂ ਜੋੜ ਸਕੇ। ਸੋ ਇਸ ਨੂੰ ਇਨਕਰੇਜ ਕਰਨ ਲਈ ਕੈਨੇਡੀਅਨ ਗਵਰਨਮੈਂਟ, ਤਾਂ ਕਿ ਤੁਸੀਂ ਆਪਣੇ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਜੋੜ ਸਕੋ, ਗ੍ਰਾਂਟਸ ਦੇ ਬੌਂਡਸ ਦਿੰਦੀਆਂ ਨੇ ਤਾਂ ਕਿ ਇੱਕ ਇਨਸੈਂਟਿਵ ਬਣਿਆ ਰਹੇ ਤੁਹਾਡੇ ਲਈ ਆਪਣੇ ਬੱਚਿਆਂ ਦੇ ਲਈ ਸੇਵਿੰਗ ਕਰਨ ਦਾ। ਇਹ RESP ਯਾਨੀ ਕਿ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਦਾ ਪ੍ਰੋਗਰਾਮ ਸਾਲ 1974 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਉਤੋਂ ਲੈ ਕੇ ਹੁਣ ਤੱਕ ਇਸ ਦੇ ਵਿੱਚ ਕਾਫੀ ਸਾਰੇ ਬਦਲਾਅ ਕੀਤੇ ਜਾ ਚੁੱਕੇ ਨੇ। ਚਲੋ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ RESP ਦੇ ਵਿੱਚ ਕਿਹੜੀ ਗ੍ਰਾਂਟਸ ਤੇ ਕਿਹੜੇ ਬੌਂਡਸ ਸਾਨੂੰ ਗਵਰਨਮੈਂਟ ਦਿੰਦੀ ਹੈ ਇਨਸੈਂਟਿਵ ਦੇ ਤੌਰ ਦੇ ਉੱਤੇ। ਹੁਣ ਸਭ ਤੋਂ ਪਹਿਲਾਂ ਮਿਲਣ ਵਾਲਾ ਬੈਨੀਫਿਟ ਹੈ CESG ਯਾਨੀ ਕਿ ਕੈਨੇਡਾ ਐਜੂਕੇਸ਼ਨ ਸੇਵਿੰਗਸ ਗ੍ਰਾਂਟ। ਹੁਣ ਜਦੋਂ ਤੁਸੀਂ ਆਪਣੀ RESP ਦੇ ਵਿੱਚ ਕੰਟਰੀਬਿਊਟ ਕਰਦੇ ਹੋ ਤਾਂ ਤੁਹਾਡੀ $2500 ਤੱਕ ਦੀ ਕੰਟਰੀਬਿਊਸ਼ਨ ਦੇ ਉੱਤੇ ਗਵਰਨਮੈਂਟ 20% ਯਾਨੀ ਕਿ $500 ਤੱਕ ਦਾ ਕੰਟਰੀਬਿਊਸ਼ਨ ਮੈਚ ਕਰਦੀ ਹੈ। ਇਸ ਦਾ ਮਤਲਬ ਕੀ ਹੋਇਆ ਕਿ ਸਾਲ ਵਿੱਚ ਜਦੋਂ ਤੁਸੀਂ $2500 ਕਰਵਾਉਂਦੇ ਹੋ ਤਾਂ ਉਸ ਵੇਲੇ ਗਵਰਨਮੈਂਟ CESG ਦੇ ਰੂਪ 'ਚ $500 ਤੁਹਾਡੀ ਕੀਤੀ ਹੋਈ ਕੰਟਰੀਬਿਊਸ਼ਨ ਦੇ ਨਾਲ ਜੋੜ ਦਿੰਦੀ ਹੈ। ਹੁਣ ਇਹ ਕੰਟਰੀਬਿਊਸ਼ਨ 31 ਦਸੰਬਰ ਤੋਂ ਪਹਿਲਾਂ ਹੋਈ ਹੋਣੀ ਚਾਹੀਦੀ ਹੈ, ਯਾਨੀ ਕਿ CESG
ਉਸੇ ਹੀ ਰਕਮ ਦੇ ਉੱਤੇ ਜਾਂ ਉਸੇ ਕੰਟਰੀਬਿਊਸ਼ਨ ਦੇ ਉੱਤੇ ਨਾਲ ਜੁੜੇਗੀ ਜਿਹੜੀ ਕਿ 31 ਦਸੰਬਰ ਤੋਂ ਪਹਿਲਾਂ ਕੀਤੀ ਗਈ ਹੋਵੇਗੀ। ਹੁਣ ਇਸ $500 ਦੇ ਇਲਾਵਾ ਐਡੀਸ਼ਨਲ CESG ਵੀ ਮਿਲਦੀ ਹੈ ਜੇਕਰ ਸਾਲ 2021 ਦੇ ਵਿੱਚ ਤੁਹਾਡੀ ਪਰਿਵਾਰਿਕ ਨੈਟ ਆਮਦਨ $49,020 ਤੋਂ ਘੱਟ ਹੈ ਤਾਂ ਫਿਰ ਇਸ $500 ਦੇ ਨਾਲ $100 ਐਕਸਟਰਾ ਯਾਨੀ ਕਿ ਐਡੀਸ਼ਨਲ CESG ਮਿਲੇਗੀ। ਔਰ ਜੇਕਰ ਤੁਹਾਡੇ ਪਰਿਵਾਰਿਕ ਨੈਟ ਆਮਦਨ $49,020 ਤੋਂ ਲੈ ਕੇ $98,040 ਦੇ ਵਿਚਕਾਰ ਹੈ ਤਾਂ ਫਿਰ ਉਸ $500 ਦੇ ਨਾਲ $50 ਹਰ ਮਹੀਨੇ ਐਕਸਟਰਾ ਮਿਲਣਗੇ। ਪਰ ਪੂਰੀ RESP ਦੇ ਦੌਰਾਨ ਇਹ CESG ਰਕਮ $7200 ਤੋਂ ਜ਼ਿਆਦਾ ਨਹੀਂ ਮਿਲ ਪਾਵੇਗੀ। ਹੁਣ ਇਸ ਤੋਂ ਬਾਅਦ ਦੂਸਰਾ ਬੈਨੀਫਿਟ ਜਿਹੜਾ ਕਿ RESP ਦੇ ਵਿੱਚ ਗਵਰਨਮੈਂਟ ਦਿੰਦੀ ਹੈ ਉਹ ਹੈ CLB ਯਾਨੀ ਕਿ ਕੈਨੇਡਾ ਲਰਨਿੰਗ ਬੌਂਡ। ਹੁਣ ਇਸ ਦੇ ਵਿੱਚ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ $2000 ਤੱਕ ਦੀ ਸਪੋਰਟ ਮਿਲਦੀ ਹੈ RESP ਦੇ ਵਿੱਚ। ਜੇਕਰ ਘੱਟ ਆਮਦਨ ਵਾਲੇ ਪਰਿਵਾਰ RESP ਖੁਲਵਾਉਂਦੇ ਨੇ ਤਾਂ ਉਹਨਾਂ ਨੂੰ ਪਹਿਲੇ ਸਾਲ $500 ਉਹਨਾਂ ਦੇ ਅਕਾਊਂਟ ਦੇ ਵਿੱਚ ਜੋੜ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਬੱਚੇ ਦੀ 15 ਸਾਲ ਦੀ ਉਮਰ ਤੱਕ ਇਹ ਬੈਨੀਫਿਟ $100 ਹਰ ਸਾਲ ਜੁੜਦਾ ਰਹੇਗਾ ਜਿਹੜਾ ਕਿ ਟੋਟਲ $2000 ਬਣ ਜਾਂਦਾ ਹੈ। ਯਾਨੀ ਕਿ CESG ਜਿਵੇਂ ਅਸੀਂ ਗੱਲ ਕੀਤੀ ਸੀ ਘੱਟ ਆਮਦਨ ਵਾਲੇ ਪਰਿਵਾਰ CESG $7200 ਲੈ ਸਕਦੇ ਨੇ, ਉਸ ਦੇ ਇਲਾਵਾ $2000 ਦਾ CLB ਬੌਂਡ ਵੀ ਉਹਨਾਂ ਦੇ ਨਾਲ ਜੋੜਿਆ ਜਾ ਸਕਦਾ ਹੈ। ਹੁਣ ਇੱਥੇ ਇੱਕ ਫੰਡਾ ਮੈਂ ਕਲੀਅਰ ਕਰ ਦਵਾਂ CLB ਦੇ ਬਾਰੇ ਕਿ CLB ਲੈਣ ਲਈ ਤੁਹਾਨੂੰ RESP ਖੁਲਵਾਉਣੀ ਜ਼ਰੂਰੀ ਹੈ ਲੇਕਿਨ ਉਸ ਦੇ ਵਿੱਚ ਕੰਟਰੀਬਿਊਟ ਕਰਨਾ ਜ਼ਰੂਰੀ ਨਹੀਂ ਹੈ। ਯਾਨੀ ਕਿ ਜੇਕਰ ਕਿਸੇ ਸਾਲ ਤੁਸੀਂ ਅਗਰ ਕੰਟਰੀਬਿਊਸ਼ਨ ਨਹੀਂ ਵੀ ਕਰ ਸਕੇ ਆਪਣੀ RESP ਦੇ ਵਿੱਚ ਤਦ ਵੀ CESG ਤਾਂ ਨਹੀਂ ਮਿਲੇਗਾ ਕਿਉਂਕਿ ਉਸਨੇ ਤਾਂ ਮੈਚ ਕਰਨਾ ਹੁੰਦਾ ਤੁਹਾਡੀ ਕੰਟਰੀਬਿਊਸ਼ਨ ਨੂੰ, ਪਰ CLB ਜ਼ਰੂਰ ਮਿਲੇਗਾ ਕਿਉਂਕਿ CLB ਨੂੰ ਲੈਣ ਦੀ ਸ਼ਰਤ ਸਿਰਫ RESP ਦਾ ਖੁਲਵਾਇਆ ਹੋਣਾ ਜ਼ਰੂਰੀ ਹੈ, ਕੰਟਰੀਬਿਊਟ ਕੀਤਾ ਹੋਣਾ ਜ਼ਰੂਰੀ ਨਹੀਂ ਹੈ। ਹੁਣ ਇਹ ਗੱਲ ਤਾਂ ਸੀ ਕਿ RESP ਖੁਲਵਾਉਣ ਲਈ ਕੈਨੇਡੀਅਨ ਗਵਰਨਮੈਂਟ ਕੀ ਇਨਕਰੇਜਮੈਂਟ ਦਿੰਦੀ ਹੈ ਜਾਂ ਕੀ ਇਨਸੈਂਟਿਵਸ ਦਿੰਦੀ ਹੈ ਜਿਵੇਂ ਕਿ CESG ਜਾਂ CLB ਦੇ। ਹੁਣ ਕੁਝ ਸਵਾਲ ਨੇ ਜਿਹਨਾਂ ਨੂੰ ਸਮਝਣਾ ਜ਼ਰੂਰੀ ਹੈ ਜਦੋਂ ਅਸੀਂ RESP ਦੇ ਪ੍ਰੋਗਰਾਮ ਨੂੰ ਬਰੀਕੀ ਨਾਲ ਸਮਝਾਂਗੇ। ਉਸ ਤੋਂ ਪਹਿਲੇ ਕੁਝ ਸਵਾਲ ਨੇ ਜਿਨ੍ਹਾਂ ਨੂੰ ਕਿ ਅਸੀਂ ਇੱਕ ਇੱਕ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਕੁਝ ਸਵਾਲ ਨੇ ਰੈਜ਼ੀਡੈਂਸੀ ਨੂੰ ਲੈ ਕੇ ਕਿ ਕੈਨੇਡੀਅਨ ਰੈਜ਼ੀਡੈਂਸੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕੌਣ RESP ਅਕਾਊਂਟ ਖੁਲਵਾ ਸਕਦਾ ਹੈ, RESP ਅਕਾਊਂਟ ਦੇ ਵਿੱਚ ਬੈਨੀਫਿਸ਼ਰੀ ਕੌਣ ਹੁੰਦਾ ਹੈ, ਸਬਸਕ੍ਰਾਈਬਰ ਕੌਣ ਹੁੰਦਾ ਹੈ, RESP ਦੇ ਵਿੱਚ ਘੱਟ ਤੋਂ ਘੱਟ ਕਿੰਨੀ ਰਕਮ ਜਮ੍ਹਾਂ ਕਰਵਾਈ ਜਾ ਸਕਦੀ ਹੈ ਜਾਂ ਵੱਧ ਤੋਂ ਵੱਧ ਕਿੰਨੀ ਰਕਮ ਜਮ੍ਹਾਂ ਹੋ ਸਕਦੀ ਹੈ, RESP ਦੇ ਵਿੱਚ ਕੰਟਰੀਬਿਊਟ ਕਰਨ ਦੀ ਆਖਰੀ ਤਾਰੀਖ ਕੀ ਹੈ ਜਾਂ RESP ਦੇ ਵਿੱਚ ਕੌਣ ਕੰਟਰੀਬਿਊਟ ਕਰ ਸਕਦਾ ਹੈ। ਤਾਂ ਚਲੋ ਇੱਕ ਇੱਕ ਕਰਕੇ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ RESP ਨੂੰ ਹੋਰ ਵਧੇਰੇ ਅੱਛੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ RESP ਤੇ ਰੈਜ਼ੀਡੈਂਸੀ ਸਟੇਟਸ। RESP ਖੁਲਵਾਉਣ ਲਈ ਰੈਜ਼ੀਡੈਂਸੀ ਦੀ ਕੋਈ ਸ਼ਰਤ ਨਹੀਂ ਹੈ, ਯਾਨੀ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਵੀ ਹੋ ਸਕਦੇ ਹੋ, ਪਰਮਾਨੈਂਟ ਰੈਜ਼ੀਡੈਂਟ ਵੀ ਹੋ ਸਕਦੇ ਹੋ ਤਾਂ ਫਿਰ ਤੁਸੀਂ ਵਰਕ ਪਰਮਿਟ ਤੇ ਵੀ ਹੋ ਸਕਦੇ ਹੋ। ਬਸ ਸ਼ਰਤ ਇਹ ਹੈ ਕਿ ਤੁਹਾਡੇ ਕੋਲ ਤੇ ਤੁਹਾਡੇ ਬੈਨੀਫਿਸ਼ਰੀ ਯਾਨੀ ਕਿ ਬੱਚੇ ਦੇ ਕੋਲ ਵੈਲਿਡ ਸਿਨ ਹੋਣਾ ਚਾਹੀਦਾ ਹੈ। ਇਸ ਦਾ ਮਤਲਬ ਕੀ ਹੋਇਆ ਕਿ ਜੇਕਰ ਹੁਣ ਤੁਸੀਂ ਵਰਕ ਪਰਮਿਟ ਤੇ ਵੀ ਹੋ ਤਦ ਵੀ ਤੁਸੀਂ ਆਪਣੇ ਬੱਚੇ ਦੀ ਹਾਇਰ ਸਟੱਡੀਜ਼ ਲਈ RESP ਦੇ ਵਿੱਚ ਜੋੜਨਾ ਸ਼ੁਰੂ ਕਰ ਸਕਦੇ ਹੋ। ਸ਼ਰਤ ਸਿਰਫ ਇਹ ਹੈ ਕਿ ਤੁਹਾਡੇ ਕੋਲ ਤੇ ਤੁਹਾਡੇ ਬੱਚੇ ਦੇ ਕੋਲ ਵੈਲਿਡ ਸਿਨ ਹੋਣਾ ਚਾਹੀਦਾ ਹੈ। ਦੂਸਰਾ ਸਵਾਲ ਇਹ ਹੈ ਕਿ RESP ਦੇ ਵਿੱਚ ਬੈਨੀਫਿਸ਼ਰੀ ਤੇ ਸਬਸਕ੍ਰਾਈਬਰ ਕੌਣ ਹੁੰਦਾ ਹੈ। ਹੁਣ RESP ਦੇ ਵਿੱਚ ਜਿਸ ਲਈ ਅਕਾਊਂਟ ਖੁਲਵਾਇਆ ਜਾਂਦਾ ਹੈ ਉਸ ਨੂੰ ਬੈਨੀਫਿਸ਼ਰੀ ਕਿਹਾ ਜਾਂਦਾ ਹੈ, ਜਿਵੇਂ ਕਿ ਤੁਹਾਡੇ ਬੱਚੇ ਉਹ ਇਸ ਪਲਾਨ ਦੇ ਬੈਨੀਫਿਸ਼ਰੀ ਹੋਣਗੇ ਤੇ ਸਬਸਕ੍ਰਾਈਬਰ ਤੁਸੀਂ, ਔਰ ਕੁਝ ਹਾਲਾਤਾਂ 'ਚ ਤੁਹਾਡੀ ਐਸਟੇਟ ਜਾਂ ਪ੍ਰਾਇਮਰੀ ਕੇਅਰ ਗਿਵਰ ਵੀ ਇਸ ਪਲਾਨ ਦੇ ਵਿੱਚ ਸਬਸਕ੍ਰਾਈਬਰ ਹੋ ਸਕਦੇ ਨੇ, ਯਾਨੀ ਕਿ ਉਹ ਵਿਅਕਤੀ ਜਿਹੜਾ ਕਿ ਇਸ ਪਲਾਨ ਦੇ ਵਿੱਚ ਕੰਟਰੀਬਿਊਟ ਕਰ ਰਿਹਾ ਹੈ। ਹੁਣ ਅਗਲਾ ਸਵਾਲ ਇਹ ਹੈ ਕਿ RESP ਦੇ ਵਿੱਚ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਕਿੰਨੀ ਰਕਮ ਜਮ੍ਹਾਂ ਕਰਵਾਈ ਜਾ ਸਕਦੀ ਹੈ। ਹੁਣ ਜੇਕਰ ਤੁਸੀਂ ਪੂਰੀ CESG ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਸਾਲ ਘੱਟ ਤੋਂ ਘੱਟ $2500 ਆਪਣੀ ਇਸ RESP ਦੇ ਵਿੱਚ ਕੰਟਰੀਬਿਊਟ ਕਰਨਾ ਪਵੇਗਾ। ਪਰ ਘੱਟ ਤੋਂ ਘੱਟ ਰਕਮ ਜਮ੍ਹਾਂ ਕਰਵਾਉਣ ਦੀ ਕੋਈ ਲਿਮਿਟ ਨਹੀਂ ਹੈ, ਕਿਉਂਕਿ ਜੇਕਰ ਤੁਸੀਂ ਕਿਸੇ ਸਾਲ ਆਪਣੀ ਇਸ RESP ਦੇ ਵਿੱਚ ਕੰਟਰੀਬਿਊਟ ਨਹੀਂ ਕਰ ਪਾਉਂਦੇ ਔਰ ਤੁਸੀਂ ਲੋ ਇਨਕਮ ਲੈਵਲ ਦੇ ਵਿੱਚ ਆਉਂਦੇ ਹੋ ਜਾਂ ਤੁਹਾਡੀ ਨੈਟ ਫੈਮਿਲੀ ਇਨਕਮ ਲੋ ਲੈਵਲ ਦੇ ਵਿੱਚ ਆਉਂਦੀ ਹੈ ਤਾਂ ਤੁਹਾਨੂੰ ਘੱਟ ਤੋਂ ਘੱਟ $100 ਹਰ ਸਾਲ CLB ਤਾਂ ਮਿਲੇਗੀ। ਪਰ ਹਾਂ ਇੱਕ ਗੱਲ ਜ਼ਰੂਰ ਹੈ ਕਿ ਇਸ RESP ਦੇ ਵਿੱਚ ਲਾਈਫ ਟਾਈਮ ਕੰਟਰੀਬਿਊਸ਼ਨ $50,000 ਤੋਂ ਜ਼ਿਆਦਾ ਨਹੀਂ ਹੋ ਸਕਦੀ। ਹੁਣ ਅਗਲਾ ਸਵਾਲ ਇਹ ਹੈ ਕਿ RESP ਖੁਲਵਾਉਣ ਤੋਂ ਬਾਅਦ ਉਸ ਦੇ ਵਿੱਚ ਕਿਹੜੀ ਤਰੀਕ ਤੱਕ ਕੰਟਰੀਬਿਊਟ ਕੀਤਾ ਜਾ ਸਕਦਾ ਹੈ। ਵੈਸੇ ਤਾਂ RESP ਖੁਲਵਾਉਣ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਜਦੋਂ ਮਰਜ਼ੀ ਚਾਹੋ ਕੰਟਰੀਬਿਊਟ ਕਰ ਸਕਦੇ ਹੋ, ਪਰ ਗਵਰਨਮੈਂਟਸ ਵੱਲੋਂ ਮਿਲਣ ਵਾਲੀਆਂ ਗ੍ਰਾਂਟਸ
ਆਮ ਤੌਰ ਤੇ 31 ਦਸੰਬਰ ਤੱਕ ਦਾ ਕੈਲੰਡਰ ਈਅਰ ਹੀ ਮੰਨਦੀਆਂ ਨੇ। ਇਸ ਕਰਕੇ ਜੇਕਰ ਤੁਸੀਂ ਆਪਣੀ ਕੰਟਰੀਬਿਊਸ਼ਨ ਕਿਸੇ ਇੱਕ ਕੈਲੰਡਰ ਈਅਰ ਦੇ ਵਿੱਚ ਕਰਦੇ ਹੋ ਤਾਂ ਉਸ ਦੀ ਆਖਰੀ ਤਾਰੀਖ ਯਾਨੀ ਕਿ 31 ਦਸੰਬਰ ਮੰਨੀ ਜਾਂਦੀ ਹੈ ਕੰਟਰੀਬਿਊਟ ਕਰਨ ਦੀ, ਅਗਰ ਤੁਸੀਂ ਉਸ ਸਾਲ ਲਈ ESG ਜਾਂ CLB ਲੈਣਾ ਚਾਹੁੰਦੇ ਹੋ। ਹੁਣ RESP ਨੂੰ ਲੈ ਕੇ ਕਈ ਵਾਰ ਇਹ ਅਕਸਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਸ ਦੇ ਵਿੱਚ ਕੌਣ ਕੰਟਰੀਬਿਊਟ ਕਰ ਸਕਦਾ ਹੈ। RESP ਦੇ ਵਿੱਚ ਪੈਰੈਂਟਸ, ਗ੍ਰੈਂਡ ਪੈਰੈਂਟਸ ਜਾਂ ਰਿਲੇਟਿਵਸ ਕੋਈ ਵੀ ਕੰਟਰੀਬਿਊਟ ਕਰ ਸਕਦੇ ਨੇ, ਪਰ ਬਸ ਇਸ ਗੱਲ ਦਾ ਧਿਆਨ ਰੱਖਣਾ ਹੁੰਦਾ ਹੈਗਾ ਕਿ ਜਿਹੜੀ ਓਵਰਆਲ ਲਿਮਿਟ ਯਾਨੀ ਕਿ ਲਾਈਫ ਟਾਈਮ ਲਿਮਿਟ $50,000 ਹੈ ਉਹ ਇਨਕਰੀਜ਼ ਨਹੀਂ ਹੋਣੀ ਚਾਹੀਦੀ ਇਹਨਾਂ ਸਾਰੀਆਂ ਕੰਟਰੀਬਿਊਸ਼ਨਸ ਨੂੰ ਮਿਲਾ ਕੇ। ਫਰੈਂਡਸ, ਹੁਣ RESP ਦੇ ਬਾਰੇ ਸਾਰੀ ਜਾਣਕਾਰੀ ਇੱਕ ਐਪੀਸੋਡ ਦੇ ਵਿੱਚ ਸਮਾ ਪਾਉਣਾ ਮੁਸ਼ਕਿਲ ਹੈ। ਇਸ ਨਾਲ ਐਪੀਸੋਡ ਬਹੁਤ ਜ਼ਿਆਦਾ ਲੰਬਾ ਹੋ ਜਾਵੇਗਾ ਕਿਉਂਕਿ ਬਹੁਤ ਸਾਰੇ ਐਸਪੈਕਟਸ ਨੇ RESP ਨੂੰ ਲੈ ਕੇ ਔਰ ਇਸ ਨੂੰ ਸਮਝਣ ਲਈ। ਜਿਵੇਂ ਕਿ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਸਿਰਫ ਇਹ ਗੱਲ ਕੀਤੀ ਹੈ ਕਿ RESP ਕੀ ਹੁੰਦੀ ਹੈ। ਹੁਣ ਆਉਣ ਵਾਲੇ ਐਪੀਸੋਡਸ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ RESP ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਕਿਸ RESP ਵਿੱਚ ਕਿਹੜੇ ਫੀਚਰਸ ਹੁੰਦੇ ਨੇ ਤੇ RESP ਕਿਵੇਂ ਕੰਮ ਕਰਦੀ ਹੈ, RESP 'ਚ ਗਰੋਥ ਕਿਵੇਂ ਹੁੰਦੀ ਹੈ, RESP 'ਚੋਂ ਅਸੀਂ ਰਕਮ ਕਿਵੇਂ ਕਢਵਾ ਸਕਦੇ ਹਾਂ, ਉਸ ਦਾ ਟੈਕਸ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ, RESP ਦੇ ਵਿੱਚ ਕੌਣ ਰਕਮ ਕਢਵਾ ਸਕਦਾ ਹੈ, ਕਿੰਨੀ ਰਕਮ ਕਦੋਂ ਕਢਵਾਉਣੀ ਚਾਹੀਦੀ ਹੈ। ਬਹੁਤ ਸਾਰੇ ਫਾਇਦੇ ਨੇ RESP ਨੂੰ ਲੈ ਕੇ ਤੇ ਮੈਂ ਰਿਕੁਐਸਟ ਕਰਾਂਗਾ ਕਿ ਤੁਸੀਂ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੇ ਐਪੀਸੋਡਸ ਤੁਸੀਂ ਮਿਸ ਨਾ ਕਰ ਸਕੋ, ਜਿਨ੍ਹਾਂ ਦੇ ਵਿੱਚ ਅਸੀਂ RESP ਨੂੰ ਹੋਰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ, ਨਹੀਂ ਤਾਂ ਫਿਰ ਐਵਰੀ ਮੰਡੇ you will miss Sing de Funday।